ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਵਿੱਚ ਅਸਾਈਲਮ ਸੀਕਰਸ ਦੀ ਸਵਾਗਤ ਦੀ ਤਿਆਰੀ। ਇਮੀਗ੍ਰੇਸ਼ਨ ਮੰਤਰੀ ਨੇ ਕੀਤਾ ਵੱਡਾ ਐਲਾਨ। ਕੈਨੇਡਾ ਵਾਲਿਆਂ ਤੋਂ ਪੈਸੇ ਲੈਣ ਵਾਲੇ ਡਾਕਟਰਾਂ ਦੀ ਨਹੀਂ ਖੈਰ, ਸਿਹਤ ਮੰਤਰੀ ਨੇ ਦਿੱਤੀ ਚੇਤਾਵਨੀ। ਟਰੂਡੋ ਨੂੰ ਮਿਲ ਰਹੀਆਂ 에ਅਰਪੋਰਟ ਬਾਰੇ ਸ਼ਿਕਾਇਤਾਂ, ਵਿਰੋਧੀ ਧਿਰ ਦੇ ਆਗੂ ਨੇ ਕੀਤੀ ਸਰਕਾਰ। ਵਿਅਕਤੀ ਤੇ ਚੱਕ ਨਾਲ ਹਮਲਾ, ਪੁਲਿਸ ਕਰ ਰਹੀ ਹੈ ਜਾਂਚ। ਕੈਨੇਡਾ ਵਿੱਚ ਅਸਾਈਲਮ ਸੀਕਰਸ ਦੇ ਸਵਾਗਤ ਦੀ ਤਿਆਰੀ ਕੀਤੀ ਜਾ ਰਹੀ ਹੈ। ਇਮੀਗ੍ਰੇਸ਼ਨ ਮੰਤਰੀ ਇਸ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤੇ। ਇਮੀਗ੍ਰੇਸ਼ਨ ਮੰਤਰੀ ਵੱਲੋਂ ਦੱਸਿਆ ਗਿਆ ਕਿ ਉਹ ਕਈ ਸੂਬੇ ਤੇ ਟੈਰੀਟਰੀਜ਼ ਨਾਲ ਇਸ ਸੰਬੰਧੀ ਗੱਲ ਕਰ ਰਹੇ ਸਨ ਤੇ ਹੁਣ ਜੋ ਵੀ ਇਸ ਗੱਲਬਾਤ ਦੇ ਨਤੀਜੇ ਸਾਹਮਣੇ ਆਏ ਉਹਨਾਂ ਵੱਲੋਂ ਸਪਸ਼ਟ ਕੀਤੇ ਗਏ। ਅਸਾਈਲਮ ਸੀਕਰਸ ਦੇ ਬਾਰੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਵੱਡਾ ਬਿਆਨ ਜਾਰੀ ਕੀਤਾ ਗਿਆ। ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਅਸਾਈਲਮ ਸੀਕਰਸ ਦਾ ਹੁਣ ਐਟਲਾਂਟਿਕ ਕੈਨੇਡਾ ਵੱਲੋਂ ਸਵਾਗਤ ਕੀਤਾ ਜਾਵੇਗਾ। ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਅਸਾਈਲਮ ਸੀਕਰਸ ਦਾ ਮੁੱਦਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਊਬੈਕ ਵੱਲੋਂ ਰੌਕਸਮ ਰੋਡ ਦੇ ਰਾਹੀਂ ਆਉਣ ਵਾਲਿਆਂ ਨੂੰ ਰੋਕਣ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮੰਗ ਕੀਤੀ ਗਈ ਤੇ ਨਾਲ ਹੀ ਕਿਹਾ ਗਿਆ ਕਿ ਬਾਕੀ ਸੂਬਿਆਂ ਦੇ ਵਿੱਚ ਵੀ ਅਸਾਈਲਮ ਸੀਕਰਸ ਨੂੰ ਭੇਜਿਆ ਜਾਵੇ। ਇਸ ਸੰਬੰਧੀ ਇਮੀਗ੍ਰੇਸ਼ਨ ਮੰਤਰੀ ਵੱਲੋਂ ਸੂਬੇ ਅਤੇ ਟੈਰੀਟਰੀਜ਼ ਨਾਲ ਗੱਲਬਾਤ ਕੀਤੀ ਜਾ ਰਹੀ ਸੀ। ਕੀ ਕੁਝ ਨਿਕਲ ਕੇ ਸਾਹਮਣੇ ਆਇਆ, ਇਹ ਉਹਨਾਂ ਵੱਲੋਂ ਦੱਸਿਆ ਗਿਆ। I expect that we will respond in accordance with the need that we see, and we'll do our best to make sure that no one particular community is seeing more people arrive than they can adequately handle. We'd like to see more settlement support services. We understand that not just the province of New Brunswick, but every province is strapped right now because we are doing so well with respect to immigration. So this is going to be a file that we continue to work on and collaborate with the federal government. But I do feel confident in saying that we have a very good partner there that's listening to us and listening to our concerns and will work through us with these particular issues. We anticipate in the coming days there will be asylum seekers. We are working in partnership with the federal government of Canada, with IRCC, to receive asylum seekers in the province of Newfoundland and Labrador. And I can assure you, when they arrive and after they arrived, they will be welcomed, they will be supported, and we will tend to their needs and look forward to the day that they contribute to our needs. ਹੈਲਥ ਮਿਨਿਸਟਰ ਵੱਲੋਂ ਕਈ ਡਾਕਟਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ। ਬਹੁਤ ਸਾਰੇ ਡਾਕਟਰ ਮਰੀਜ਼ਾਂ ਨੂੰ ਦੇਖਣ ਵਾਸਤੇ ਚਾਹੇ ਉਹ ਵਰਚੁਅਲ ਤਰੀਕੇ ਦੇ ਨਾਲ ਦੇਖਣਾ ਹੋਵੇ, ਉਹਨਾਂ ਤੋਂ ਫੀਸ ਲੈ ਰਹੇ ਨੇ ਤੇ ਹੁਣ ਹੈਲਥ ਮੰਤਰੀ ਵੱਲੋਂ ਕਹਿ ਦਿੱਤਾ ਗਿਆ ਕਿ ਜੋ ਵੀ ਅਜਿਹਾ ਕਰੇਗਾ ਇਸ ਸੰਬੰਧੀ ਸਖਤ ਕਦਮ ਸਰਕਾਰ ਵੱਲੋਂ ਚੁੱਕੇ ਜਾਣਗੇ। ਹੈਲਥ ਮਿਨਿਸਟਰ ਵੱਲੋਂ ਸਿਹਤ ਬਾਰੇ ਖਾਸ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਲਾਜ਼ਮੀ ਸਿਹਤ ਸਹੂਲਤਾਂ ਬਦਲੇ ਪੈਸੇ ਲੈਣ ਵਾਲੇ ਡਾਕਟਰਾਂ ਦੇ ਕਾਰਵਾਈ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕੈਨੇਡੀਅਨਸ ਨੂੰ ਪੈਸੇ ਬਦਲੇ ਜਲਦੀ ਸਿਹਤ ਸਹੂਲਤਾਂ ਦੀ ਪੇਸ਼ਕਸ਼ ਕਰਨ ਵਾਲੀਆਂ ਕੰਪਨੀਆਂ ਤੇ ਫੈਡਰਲ ਸਰਕਾਰ ਵੱਲੋਂ ਸਖਤੀ ਕਰਨ ਦੀ ਹੁਣ ਤਿਆਰੀ ਕੀਤੀ ਜਾ ਰਹੀ ਹੈ। ਫੈਡਰਲ ਹੈਲਥ ਮਿਨਿਸਟਰ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹ ਕਹਿ ਰਹੇ ਨੇ ਕਿ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਜਾਰੀ ਰਿਹਾ ਤਾਂ ਫੈਡਰਲ ਹੈਲਥ ਟ੍ਰਾਂਸਫਰ ਭੁਗਤਾਨ ਨੂੰ ਵਾਪਸ ਲੈ ਲਿਆ ਜਾਵੇਗਾ। ਫੈਡਰਲ ਹੈਲਥ ਮਿਨਿਸਟਰ ਨੇ ਕਿਹਾ ਕਿ ਮੈਂ ਡਾਕਟਰੀ ਤੌਰ ਤੇ ਵੀ ਜ਼ਰੂਰੀ ਸੇਵਾਵਾਂ ਲਈ ਮਰੀਜ਼ਾਂ ਦੇ ਖਰਚਿਆਂ ਦੀਆਂ ਰਿਪੋਰਟਾਂ ਵਿੱਚ ਹਾਲ ਹੀ 'ਚ ਹੋਏ ਵਾਧੇ ਤੋਂ ਬਹੁਤ ਚਿੰਤਤ ਹਾਂ। ਮਿਨਿਸਟਰ ਨੇ ਕਿਹਾ ਕਿ ਕੈਨੇਡੀਅਨ ਦੇਸ਼ ਵਿੱਚ ਕਿਤੇ ਵੀ ਰਹਿ ਰਹੇ ਹੋਣ, ਉਹਨਾਂ ਨੂੰ ਲੋੜੀਂਦੀ ਦੇਖਭਾਲ ਜੇਬ ਵਿੱਚੋਂ ਭੁਗਤਾਨ ਕੀਤੇ ਬਿਨਾਂ ਮਿਲਣੀ ਚਾਹੀਦੀ ਹੈ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਮੁਤਾਬਕ ਫੈਮਿਲੀ ਫਿਜ਼ੀਸ਼ੀਅਨ ਨਾਲ ਵਰਚੁਅਲ ਮੁਲਾਕਾਤਾਂ ਵਾਸਤੇ ਮਰੀਜ਼ਾਂ ਤੋਂ ਚਾਰਜ ਕਰਨ ਵਾਲੀਆਂ ਕੰਪਨੀਆਂ ਸਰਕਾਰ ਦੇ ਨਿਸ਼ਾਨੇ ਤੇ ਨੇ। ਹਾਲਾਂਕਿ ਕੈਨੇਡਾ ਹੈਲਥ ਐਕਟ ਡਾਕਟਰੀ ਤੌਰ ਤੇ ਲੋੜੀਂਦਾ ਸੇਵਾਵਾਂ ਵਾਸਤੇ ਬੀਮਾ ਪ੍ਰਾਪਤ ਵਿਅਕਤੀਆਂ ਤੋਂ ਪੈਸੇ ਵਸੂਲ ਕਰਨ ਦੀ ਮਨਾਹੀ ਕਰਦਾ ਹੈ, ਪਰ ਹਾਲ ਹੀ ਵਿੱਚ ਦੇਸ਼ ਭਰ ਅੰਦਰ ਆਨਲਾਈਨ ਡਾਕਟਰਾਂ ਦੀ ਅਪਾਇੰਟਮੈਂਟ ਦੀ ਪੇਸ਼ਕਸ਼ ਕਰਨ ਵਾਲੀਆਂ ਕੰਪਨੀਆਂ ਦੀ ਗਿਣਤੀ ਵਿੱਚ ਇੱਕ ਵਿਸਫੋਟ ਦੇਖਣ ਨੂੰ ਮਿਲਿਆ ਤੇ ਪ੍ਰਤੀ ਮੁਲਾਕਾਤ $50 ਤੋਂ $100 ਤੱਕ ਦੀ ਰੇਂਜ ਵਿੱਚ ਫੀਸ ਲਈ ਜਾ ਰਹੀ ਹੈ। ਕੁਝ ਆਲੋਚਕਾਂ ਨੇ ਇਸ ਨੂੰ ਕੈਨੇਡਾ ਹੈਲਥ ਐਕਟ ਵਿੱਚ ਖਾਮੀ ਕਿਹਾ। ਇਸ ਸੰਬੰਧੀ ਹੈਲਥ ਮਿਨਿਸਟਰ ਵੱਲੋਂ ਇੱਕ ਪੱਤਰ ਲਿਖਿਆ ਗਿਆ, ਜਿਸ ਵਿੱਚ ਉਹਨਾਂ ਕਿਹਾ ਕਿ ਵਰਚੁਅਲ ਪਲੇਟਫਾਰਮ ਦੀ ਵਰਤੋਂ ਕਰਦੇ ਹੋਏ ਸਿਹਤ ਦੇਖਭਾਲ ਤੱਕ ਵਿਸਤ੍ਰਿਤ ਪਹੁੰਚ ਕੈਨੇਡਾ ਹੈਲਥ ਕੈਨੇਡਾ ਦੀ ਭਾਵਨਾ ਅਤੇ ਇਰਾਦੇ ਦੇ ਅਨੁਸਾਰ ਹੋਣੀ ਚਾਹੀਦੀ ਹੈ। ਉਹ ਕਹਿੰਦੇ ਨੇ ਕਿ ਜਿਵੇਂ ਸਾਡੀ ਸਿਹਤ ਸੰਭਾਲ ਪ੍ਰਣਾਲੀ ਵਿਕਸਿਤ ਹੋ ਰਹੀ ਹੈ, ਇਸ ਨੂੰ ਕੈਨੇਡਾ ਹੈਲਥ ਐਕਟ ਦਾ ਆਦਰ ਕਰਦੇ ਹੋਏ ਅਜਿਹਾ ਕਰਨਾ ਚਾਹੀਦਾ ਹੈ। ਕੰਪਨੀ ਦੀ ਵੈਬਸਾਈਟ ਮੁਤਾਬਕ ਕੰਪਨੀ ਸੇਵਾਵਾਂ ਲਈ ਸਿਰਫ ਉਦੋਂ ਹੀ ਫੀਸ ਲੈਂਦੀ ਹੈ ਜਦੋਂ ਉਹ ਸੂਬਾਈ ਸਿਹਤ ਯੋਜਨਾਵਾਂ ਦੁਆਰਾ ਕਵਰ ਨਹੀਂ ਕੀਤੀਆਂ ਜਾਂਦੀਆਂ। ਫੈਡਰਲ ਹੈਲਥ ਮਿਨਿਸਟਰ ਦਾ ਇਹ ਕਦਮ ਉਸ ਸਮੇਂ ਸਾਹਮਣੇ ਆਇਆ ਜਦੋਂ ਪ੍ਰੋਵਿੰਸ ਕੋਵਿਡ-19 ਪੈਂਡੇਮਿਕ ਤੋਂ ਪੈਦਾ ਹੋਏ ਸਰਜੀਕਲ ਬੈਕਲੌਗ ਅਤੇ ਸਟਾਫ ਦੀ ਘਾਟ ਨਾਲ ਸੰਘਰਸ਼ ਕਰ ਰਿਹਾ ਹੈ। ਹਾਲ ਹੀ ਵਿੱਚ ਹਾਊਸ ਆਫ ਕਾਮਨਸ ਅੰਦਰ ਨਿਊ ਡੈਮੋਕ੍ਰੇਟਸ ਨੇ ਬਾਰ-ਬਾਰ ਇਸ ਬਾਰੇ ਆਪਣਾ ਪੱਖ ਰੱਖਿਆ ਕਿ ਲਿਬਰਲ ਸਰਕਾਰ ਸਿਹਤ ਪ੍ਰਣਾਲੀ ਨੂੰ ਨਿੱਜੀਕਰਨ ਨੂੰ ਵਧਾਉਣ ਦੀ ਇਜਾਜ਼ਤ ਦੇ ਰਹੀ ਹੈ। ਦੱਸ ਦਈਏ ਕਿ ਸਰਕਾਰ ਨੇ ਕੈਨੇਡਾ ਹੈਲਥ ਟ੍ਰਾਂਸਫਰ ਫੰਡਿੰਗ ਵਿਵਸਥਾ ਵਿੱਚ
ਵਾਧੇ ਲਈ ਪਿਛਲੇ ਮਹੀਨੇ ਸੂਬਾਈ ਅਤੇ ਪ੍ਰਦੇਸ਼ਾਂ ਨਾਲ ਇੱਕ ਸਮਝੌਤਾ ਕੀਤਾ। ਹੈਲਥ ਮਿਨਿਸਟਰ ਨੇ ਚੇਤਾਵਨੀ ਦਿੱਤੀ ਹੈ ਜੇ ਮਰੀਜ਼ਾਂ ਤੋਂ ਡਾਕਟਰੀ ਦੇਖਭਾਲ ਲਈ ਫੀਸਾਂ ਲਈਆਂ ਜਾਂਦੀਆਂ ਨੇ ਤਾਂ ਉਹਨਾਂ ਟ੍ਰਾਂਸਫਰ ਨੂੰ ਘੱਟ ਕਰ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ 에ਅਰਪੋਰਟ ਦੇ ਬਾਰੇ ਕਈ ਸ਼ਿਕਾਇਤਾਂ ਮਿਲ ਰਹੀਆਂ ਨੇ, ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਹਨਾਂ ਦੀ ਸਰਕਾਰ ਇਸ ਸੰਬੰਧੀ ਕੋਈ ਹੱਲ ਨਹੀਂ ਕੱਢ ਰਹੀ। ਇਹ ਨਿਸ਼ਾਨਾ ਵਿਰੋਧੀ ਧਿਰ ਦੇ ਆਗੂ ਵੱਲੋਂ ਲਗਾਇਆ ਗਿਆ, ਜਿੱਥੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਕਈ ਸਵਾਲ ਟਰੂਡੋ ਸਰਕਾਰ ਦੇ ਉੱਪਰ ਖੜੇ ਕਰਦੇ ਹੋਏ ਦਿਖਾਈ ਦਿੱਤੇ। ਵਿਰੋਧੀ ਧਿਰ ਦੇ ਲੀਡਰ ਨੇ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਘੇਰਿਆ ਤੇ ਇਸ ਵਾਰ ਉਹਨਾਂ ਨੇ 에ਅਰਪੋਰਟਸ ਦਾ ਮੁੱਦਾ ਚੁੱਕਿਆ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਕਹਿੰਦੇ ਨੇ ਕਿ ਵੱਡੀ ਗਿਣਤੀ ਦੇ ਵਿੱਚ ਲੋਕ 에ਅਰਪੋਰਟਸ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸ਼ਿਕਾਇਤਾਂ ਕਰ ਰਹੇ ਨੇ, ਪਰ ਉਹਨਾਂ ਦੀ ਸਰਕਾਰ ਕੋਈ ਵੀ ਹੱਲ ਨਹੀਂ ਕਰ ਰਹੀ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੱਲੋਂ ਇਸ ਮੁੱਦੇ ਦੇ ਉੱਪਰ ਕੀ ਕੁਝ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Justin, me again. Sorry to bother you, it's just that my first flight was cancelled, my second flight is delayed, and this is a normal experience now at our federal airports with our federal airlines. You don't know anything about that because you have your own private jet, and you have had that jet for the last 8 years since you became Prime Minister. But you say you're not responsible for any of these federal problems that your government regulates. You're not responsible, you say, for the 30,000 people who've made complaints about airlines to your federal transportation agency, but who have not got rulings on those complaints. You're not responsible for any of the federal management of these federal assets. And you say that you're pretty much not responsible for anything under your government's watch. For example, you say you're not responsible for the financial and monetary policy that you've led, which has given us 40-year highs in inflation. You're not responsible for the 1 in 5 people who are skipping meals because they can't afford food, or the 1.5 million who are eating at food banks. Some of those people are going to food banks asking for help with medical assistance and dying not because they're sick, but because they become so hungry, so poor, and so miserable under your 8 years that they no longer want to go on living. Speaking of people dying, you say you're not responsible for the 32% increase in violent crime and the 92% increase in gang killings that have happened since you took over our federal criminal justice system. You say you're not responsible for the 30,000 people who've died of drug overdoses since you became Prime Minister and began liberalizing drugs, giving out free drugs, free narcotics, and most recently signed a deal to allow British Columbia to legalize crack, heroin, and other deadly drugs that are killing our people. You say you're not responsible for our borders, as we have tens of thousands of people walking illegally across the border, a problem we did not have before you were Prime Minister, but you say you're not responsible for borders, even though border protection is... ਵਿਅਕਤੀ ਦੇ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਨੇ। ਕਿਸ ਵੱਲੋਂ ਤੇ ਕਿਉਂ ਚਾਕੂ ਨਾਲ ਹਮਲਾ ਕੀਤਾ ਗਿਆ, ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਜਾਰੀ ਹੈ। ਇਟੋਬੀਕੇ ਦੇ ਬੈਂਕੁਏਟ ਹਾਲ ਤੋਂ ਸ਼ੁਰੇਬਾਜ਼ੀ ਦਾ ਮਾਮਲਾ ਸਾਹਮਣੇ ਆਇਆ, ਜਿਸ ਦੀ ਟੋਰਾਂਟੋ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਹੁਣ ਤੱਕ ਦੀ ਅਪਡੇਟ ਜਾਰੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਇਟੋਬੀਕੋ ਵਿੱਚ ਰਾਤ ਵੇਲੇ ਕੁਝ ਲੋਕਾਂ ਦਾ ਆਪਸ ਵਿੱਚ ਝਗੜਾ ਹੋਇਆ ਤੇ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਇੱਕ ਉੱਪਰ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ ਉਸ ਦੀ ਜਾਂਚ ਚਲੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮਾਮਲਾ ਹਾਈਵੇ 27 ਅਤੇ ਸਟੀਲਿਸ ਐਵਨਿਊ ਵੈਸਟ ਦੇ ਨੇੜਿਓਂ ਸਾਹਮਣੇ ਆਇਆ, ਜਿੱਥੇ ਉਹਨਾਂ ਨੂੰ ਗੋਲੀਆਂ ਚੱਲਣ ਦੇ ਬਾਰੇ ਜਾਣਕਾਰੀ ਮਿਲੀ। ਜਦੋਂ ਮੌਕੇ ਵਾਲੀ ਥਾਂ ਦੇ ਉੱਪਰ ਆਫੀਸਰਸ ਪਹੁੰਚੇ ਤਾਂ ਉਹਨਾਂ ਨੇ ਪੀੜਤ ਨੂੰ ਜ਼ਖਮੀ ਹਾਲਤ ਦੇ ਵਿੱਚ ਦੇਖਦਿਆਂ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਬਾਅਦ ਦੇ ਵਿੱਚ ਪੀੜਤ ਦੀ ਹਸਪਤਾਲ ਵਿੱਚ ਮੌਤ ਹੋ ਗਈ। ਫਿਲਹਾਲ ਇਸ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ। ਇਸ ਤੋਂ ਬਾਅਦ ਗੋਲੀਬਾਰੀ ਦੇ ਮਾਮਲੇ ਵਿੱਚ ਵੀ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਪੜਤਾਲ ਕੀਤੀ ਗਈ। ਇਸ ਬਾਰੇ ਵੀ ਕੋਈ ਬਹੁਤੀ ਡਿਟੇਲ ਅਜੇ ਜਨਤਕ ਨਹੀਂ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਅਗਲੀ ਇਨਫੋਰਮੇਸ਼ਨ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ 4168087400 ਜਾਂ ਫਿਰ ਕ੍ਰਾਈਮ ਸਟਾਪਰਸ ਨਾਲ 4162228477 ਤੇ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਇੱਕ ਔਰਤ ਦੇ ਉੱਪਰ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ। ਹਮਲਾ ਕਰਨ ਵਾਲੇ ਨੂੰ ਅਜੇ ਪੁਲਿਸ ਵੱਲੋਂ ਲੱਭਿਆ ਜਾ ਰਿਹਾ ਹੈ। ਪੀੜਤ ਅਤੇ ਸਸਪੈਕਟ ਦੋਹਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ, ਪਰ ਸਸਪੈਕਟ ਕਿਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ ਇਹ ਜ਼ਰੂਰ ਦੱਸਿਆ ਗਿਆ। ਸਕਾਰਬਰੋ ਤੋਂ ਸੈਕਸ਼ੂਅਲ ਅਸੌਲਟ ਦਾ ਮਾਮਲਾ ਸਾਹਮਣੇ ਆਇਆ, ਜਿਸ ਸੰਬੰਧੀ ਪੁਲਿਸ ਵੱਲੋਂ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਅਪਡੇਟ ਦੇ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਤਮਾਮ ਗੱਲਾਂ ਦਾ ਜ਼ਿਕਰ ਕੀਤਾ ਗਿਆ, ਜਿੱਥੇ ਦੱਸਿਆ ਗਿਆ ਕਿ ਟੋਰਾਂਟੋ ਦੇ ਈਸਟ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਹੈ ਜਿੱਥੇ ਇੱਕ ਔਰਤ ਨੂੰ ਸੈਕਸ਼ੂਅਲੀ ਅਸੌਲਟ ਕੀਤਾ ਗਿਆ ਹੈ। ਇਹ ਘਟਨਾ 4 ਵਜੇ ਦੇ ਕਰੀਬ ਔਕਰਿਜ ਏਰੀਆ ਦੇ ਖੇਤਰ ਤੋਂ ਸਾਹਮਣੇ ਆਈ ਹੈ।
ਇਨਵੈਸਟੀਗੇਟਰਸ ਦਾ ਮੰਨਣਾ ਹੈ ਕਿ ਇੱਕ ਔਰਤ ਜੋ ਜਾ ਰਹੀ ਸੀ ਤਾਂ ਅਚਾਨਕ ਕਿਸੇ ਵੱਲੋਂ ਉਸ ਦੇ ਉੱਪਰ ਹਮਲਾ ਕਰ ਦਿੱਤਾ ਗਿਆ। ਫਿਲਹਾਲ ਹਮਲਾ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ, ਪਰ ਉਸ ਦੀ ਡਿਸਕ੍ਰਿਪਸ਼ਨ ਦੱਸੀ ਗਈ ਹੈ, ਜਿਸ ਦਾ ਕੱਦ 6 ਫੁੱਟ, ਸਲਿਮ ਬਿਲਡ ਅਤੇ ਕਾਲੇ ਰੰਗ ਦੀ ਦਾੜੀ ਦੱਸੀ ਗਈ। ਪੁਲਿਸ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਸਸਪੈਕਟ ਕੋਲ ਇੱਕ ਹਥਿਆਰ ਵੀ ਸੀ। ਫਿਲਹਾਲ ਪੀੜਤ ਦੀ ਪਹਿਚਾਣ ਜਾਂ ਫਿਰ ਸਸਪੈਕਟ ਬਾਰੇ ਕੋਈ ਬਹੁਤੀ ਡਿਟੇਲ ਅਜੇ ਜਨਤਕ ਨਹੀਂ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਦੇ ਸੰਬੰਧ ਵਿੱਚ ਕੋਈ ਜਾਣਕਾਰੀ ਹੋਵੇ ਤਾਂ 4168087474 ਜਾਂ ਫਿਰ ਕ੍ਰਾਈਮ ਸਟਾਪਰਸ ਨਾਲ 4162228477 ਤੇ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਫੈਡਰਲ ਮੰਤਰੀ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ। ਇਹ ਐਲਾਨ ਉਹਨਾਂ ਵੱਲੋਂ ਨਿਊਜ਼ ਕਾਨਫਰੰਸ ਦੌਰਾਨ ਕੀਤਾ ਗਿਆ, ਜਿੱਥੇ ਦੱਸਿਆ ਗਿਆ ਹੈ ਕਿ ਇਸ ਨਾਲ ਕਿਹਨਾਂ ਨੂੰ ਫਾਇਦਾ ਹੋਣ ਵਾਲਾ ਹੈ। ਆਟਵਾ ਵੱਲੋਂ ਇੱਕ ਵਾਅਦਾ ਕੀਤਾ ਗਿਆ, ਜਿੱਥੇ ਉਹਨਾਂ ਨੇ ਕਿਹਾ ਹੈ ਕਿ ਕ੍ਰਾਈਮ ਸਰਜਿਸ ਦੇ ਸੰਬੰਧੀ ਸਖਤੀ ਕੀਤੀ ਜਾਵੇਗੀ। ਇਸ ਬਾਰੇ ਫੈਡਰਲ ਜਸਟਿਸ ਮਿਨਿਸਟਰ ਜਾਣਕਾਰੀ ਸਾਂਝੀ ਕਰਦੇ ਹੋਏ ਦਿਖਾਈ ਦਿੱਤੇ ਨੇ ਤੇ ਨਿਊਜ਼ ਕਾਨਫਰੰਸ ਦੌਰਾਨ ਉਹਨਾਂ ਵੱਲੋਂ ਕਾਫੀ ਕੁਝ ਦੱਸਿਆ ਗਿਆ। ਕੀ ਕਹਿਣਾ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। We're going to work out the details of that, so some criminal code changes to the parts on bail, but also a number of non-legislative changes in terms of making the administration of bail more effective across Canada, and again that requires collaboration. And also, the whole thing is framed obviously by charter rights and by the fact that we're aware that there is the systemic over-incarceration of Indigenous peoples, Black Canadians, other marginalized Canadians in the criminal justice system. So we are all well aware of that, and we were attentive to the social determinants of crime as well. It is echoed in the letter that the premiers wrote to the Prime Minister that there's a fear after a certain number of very tragic events in Canada, most recently the death of Constable Pierre Shala in Ontario. There's a fear that the system isn't treating repeat violent offenders very well, or the bail system is too lenient with respect to those offenders, or that the bail system is too lenient with respect to certain crimes committed with weapons. And so these are concerns that have been heard, I think, time and time again, both from my provincial and territorial colleagues as well as from the premiers to the Prime Minister. It was a framing aspect of our discussion. Bill C-75 was the product of a long collaboration, a long series of exchanges of information between the provinces, territories, and the federal government. It also framed a number of different Supreme Court of Canada decisions and incorporated them formally into our law. They were already existing in our law. And reflected the principle in Canadian law that you're innocent until proven guilty and that you have a presumptive right to bail. That's present in the Canadian Charter. It was present in the Canadian Bill of Rights. It's a long-standing part of the Canadian common law tradition as well. ਚੋਣਾਂ ਦੇ ਵਿੱਚ ਹੋਈ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਕਾਫੀ ਚਰਚਾ ਫੜ ਰਿਹਾ ਤੇ ਹੁਣ ਪਬਲਿਕ ਸੇਫਟੀ ਮਿਨਿਸਟਰ ਵੀ ਇਸ ਬਾਰੇ ਬੋਲਦੇ ਹੋਏ ਦਿਖਾਈ ਦਿੱਤੇ, ਜਿੱਥੇ ਉਹਨਾਂ ਨੇ ਦੱਸਿਆ ਕਿ ਵਿਦੇਸ਼ੀ ਦਖਲਅੰਦਾਜ਼ੀ ਦੇ ਸੰਬੰਧ ਵਿੱਚ ਰਜਿਸਟਰੀ ਸਥਾਪਿਤ ਕੀਤੀ ਜਾ ਰਹੀ ਹੈ। ਇਸ ਨਾਲ ਕਿਹਨਾਂ ਨੂੰ ਕਿਸ ਤਰ੍ਹਾਂ ਫਾਇਦਾ ਹੋਵੇਗਾ, ਇਹ ਵੀ ਉਹਨਾਂ ਵੱਲੋਂ ਸਪਸ਼ਟ ਕੀਤਾ ਗਿਆ। ਵਿਦੇਸ਼ੀ ਦਖਲ ਸੰਬੰਧੀ ਰਜਿਸਟਰੀ ਸਥਾਪਿਤ ਕਰਨ ਵਾਸਤੇ ਲਿਬਰਲ ਵੱਲੋਂ ਜਨਤਕ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੱਤਾ ਗਿਆ ਹੈ। ਜੀ ਹਾਂ, ਇਨੀ ਦਿਨੀ ਚੋਣਾਂ ਦੇ ਵਿੱਚ ਹੋਈ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਪਬਲਿਕ ਸੇਫਟੀ ਮਿਨਿਸਟਰ ਇਸ ਬਾਰੇ ਬੋਲੇ ਨੇ, ਜਿੱਥੇ ਉਹਨਾਂ ਨੇ ਐਲਾਨ ਕੀਤਾ ਕਿ ਲਿਬਰਲ ਸਰਕਾਰ ਕੈਨੇਡਾ ਦੇ ਮਾਮਲਿਆਂ ਵਿੱਚ ਦੂਜੇ ਦੇਸ਼ਾਂ ਨੂੰ ਦਖਲ ਦੇਣ ਤੋਂ ਰੋਕਣ ਦੇ ਇਰਾਦੇ ਨਾਲ ਰਜਿਸਟਰੀ ਸਥਾਪਿਤ ਕਰਨ ਵਾਸਤੇ ਕੈਨੇਡੀਅਨਸ ਦੇ ਵਿਚਾਰ ਸੁਣਨਾ ਚਾਹੁੰਦੀ ਹੈ। ਦੱਸ ਦਈਏ ਕਿ ਚੀਨ ਦੁਆਰਾ ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਦਖਲ ਦੇਣ ਦੀਆਂ ਮੀਡੀਆ ਰਿਪੋਰਟਾਂ ਲਗਾਤਾਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਪਾਰਲੀਮੈਂਟ ਹਿੱਲ ਤੇ ਇੱਕ ਪ੍ਰੈਸ ਵਾਰਤਾ ਵਿੱਚ ਮੰਤਰੀ ਵੱਲੋਂ ਦੱਸਿਆ ਗਿਆ ਕਿ ਵਿਦੇਸ਼ੀ ਦਖਲਅੰਦਾਜ਼ੀ ਨਾਲੋਂ ਕੁਝ ਵੱਡੀਆਂ ਚੁਣੌਤੀਆਂ ਹਨ ਜਿਨ੍ਹਾਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ। ਉਹ ਕਹਿੰਦੇ ਨੇ ਕਿ ਇੱਕ ਸਰਕਾਰ ਹੋਣ ਦੇ ਨਾਤੇ ਸਾਨੂੰ ਆਪਣੀਆਂ ਅੱਖਾਂ ਖੁੱਲੀਆਂ ਰੱਖਣੀਆਂ ਚਾਹੀਦੀਆਂ ਨੇ। ਅਜਿਹੀ ਰਜਿਸਟਰੀ ਦੇ ਤਹਿਤ ਜਿਹੜੇ ਲੋਕ ਆਪਣੇ ਟਾਰਗੇਟਸ ਨੂੰ ਅੱਗੇ ਵਧਾਉਣ ਲਈ ਕਿਸੇ ਵਿਦੇਸ਼ੀ ਰਾਜ ਦੀ ਤਰਫੋਂ ਕੰਮ ਕਰਦੇ ਨੇ, ਉਹਨਾਂ ਨੂੰ ਨੌਕਰੀ ਦੇਣ ਵਾਲੀ ਸਰਕਾਰ ਨਾਲ ਆਪਣੇ ਸੰਬੰਧਾਂ ਦਾ ਖੁਲਾਸਾ ਕਰਨਾ ਹੋਵੇਗਾ। ਆਸਟ੍ਰੇਲੀਆ ਅਤੇ US ਵਿੱਚ ਮੌਜੂਦ ਅਜਿਹੀ ਰਜਿਸਟਰੀ ਦੇ ਮਕਸਦ ਉਹਨਾਂ ਸੌਦਿਆਂ ਨੂੰ ਵਧੇਰੇ ਪਾਰਦਰਸ਼ੀ ਬਣਾਉਣਾ ਹੈ ਜਿਸ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਤੇ ਜੁਰਮਾਨੇ ਜਾਂ ਫਿਰ ਜੇਲ੍ਹ ਦੇ ਸਮੇਂ ਦੀ ਸੰਭਾਵਨਾ ਹੈ। ਮੰਤਰੀ ਨੇ ਕਿਹਾ ਕਿ ਪਬਲਿਕ ਸੇਫਟੀ ਵਿਭਾਗ ਦੀ ਵੈਬਸਾਈਟ ਤੇ ਇੱਕ ਵਰਚੁਅਲ ਪੋਰਟਲ ਦੁਆਰਾ ਸਲਾਹ ਮਸ਼ਵਰੇ 9 ਮਈ ਤੱਕ ਚੱਲਣਗੇ।
ਦੱਸ ਦਈਏ ਕਿ ਮੰਤਰੀ ਨੇ ਪਿਛਲੇ ਸਾਲ ਦੇ ਆਖਿਰ ਵਿੱਚ ਸੰਕੇਤ ਦਿੱਤਾ ਸੀ ਕਿ ਲਿਬਰਲ ਸਰਕਾਰ ਇੱਕ ਰਜਿਸਟਰੀ ਬਣਾਉਣ ਬਾਰੇ ਮਾਹਰਾਂ ਅਤੇ ਪ੍ਰਭਾਵਿਤ ਭਾਈਚਾਰੇ ਦੇ ਮੈਂਬਰਾਂ ਸਮੇਤ ਆਮ ਲੋਕਾਂ ਤੋਂ ਸੁਣਨਾ ਚਾਹੁੰਦੀ ਹੈ, ਪਰ ਅੱਜ ਮਿਨਿਸਟਰ ਨੇ ਇਸ ਬਾਰੇ ਕੋਈ ਵੀ ਵੇਰਵਾ ਨਹੀਂ ਦਿੱਤਾ। ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਜੋ ਕਿ ਚੀਨੀ ਕੈਨੇਡੀਅਨ ਨੇ, ਉਹਨਾਂ ਨੇ ਕਿਹਾ ਕਿ ਰਜਿਸਟਰੀ ਨੂੰ ਇਸ ਤਰੀਕੇ ਨਾਲ ਬਣਾਉਣਾ ਮਹੱਤਵਪੂਰਨ ਹੈ ਕਿ ਏਸ਼ੀਆਈ ਵਿਰੋਧੀ ਨਸਲਵਾਦ ਨੂੰ ਭੜਕਾਉਣ ਵਾਲਾ ਨਾ ਹੋਵੇ। ਉਹਨਾਂ ਕਿਹਾ ਕਿ ਸਾਡੇ ਕੋਲ ਇਹ ਯਕੀਨੀ ਬਣਾਉਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਅਸੀਂ ਅਣਜਾਣੇ ਜਾਂ ਫਿਰ ਅਣਜਾਣੇ ਵਿੱਚ ਕੁਝ ਅਜਿਹਾ ਨਾ ਕਰ ਦਈਏ ਜਿਸ ਨਾਲ ਪੂਰੇ ਭਾਈਚਾਰੇ ਵਿੱਚ ਅਨਿਸ਼ਚਿਤਤਾ ਪੈਦਾ ਹੋ ਜਾਵੇ। ਫਲੋਰੀਡਾ ਦੇ ਗਵਰਨਰ ਵੱਲੋਂ ਡਿਬੇਟ ਕਰਵਾਈ ਗਈ ਜਿੱਥੇ ਉਹਨਾਂ ਨੇ ਕਾਫੀ ਗੱਲਾਂ ਦਾ ਜ਼ਿਕਰ ਕੀਤਾ ਹੈ। ਕਿਹੜੀਆਂ ਗੱਲਾਂ ਦਾ ਜ਼ਿਕਰ ਹੋਇਆ ਇਸ ਡਿਬੇਟ ਦੇ ਵਿੱਚ, ਕੀ ਕੁਝ ਖਾਸ ਰਿਹਾ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਫਲੋਰੀਡਾ ਦੀ ਗਵਰਨਰ ਵੱਲੋਂ ਡਿਬੇਟ ਦੇ ਵਿੱਚ ਹਿੱਸਾ ਲਿਆ ਗਿਆ ਜੋ ਕਿ ਲੋਵਾ ਦੇ ਵਿੱਚ ਦੇਖਣ ਨੂੰ ਮਿਲੀ। ਇਸ ਮੌਕੇ ਤੇ ਉਹਨਾਂ ਵੱਲੋਂ ਕਾਫੀ ਵਿਚਾਰ ਸਾਂਝੇ ਕੀਤੇ ਗਏ। ਕੀ ਕੁਝ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Made a decision. I am not doing polls to tell me what to do. And so I've not looked at a single poll since I've been governor. And the reason is, first of all, I can poll this room, get a result, change the wording of the question, and I would get a different result. So a lot of times how you ask a question. But second of all, the static analysis of opinion is not what a leader should care about. What a leader will do is not be captive to polls, but to set a vision and shift public opinion and get people to support what you're doing. And that was our approach in Florida. We also understood that I could be the best decision maker as an executive in the world, but if I don't have people in the administration who believe in the vision and are going to put the people's business before their own, then none of this stuff ends up getting done. So we made very clear, people working in the administration, you're not going to be leaking, you're not going to be doing other stuff. If you have any other agenda but doing the business of the people of Florida, pack your bags right now. And we did that. And the one thing I could say, if you talk to Floridians, there's no drama in our administration. There's no palace intrigue. They basically just sit back and say, okay, what's the governor going to do next? And we roll out and we execute and we do things and we get things done. And in the process, we beat the left day after day, week after week, month after month, year after year. And I think part of what that was, we said, we're going to be on offense on all these different things. I think some of these Republicans, they just kind of sit back. They let the left define the terms of the debate. They let the media define the terms of the debate. And then they end up just sitting there defensive. And it's like trying to work your way out of a wet paper bag. We weren't doing that. And here's the thing. A lot of elected officials, they don't want to have to make decisions. Why? Every decision you make, some people will like, and some people won't. That's just the nature of it. ਰਾਸ਼ਟਰਪਤੀ ਬਾਈਡਨ ਵੱਲੋਂ ਇੱਕ ਬਜਟ ਪ੍ਰਪੋਜ਼ਲ ਲਿਆਂਦਾ ਗਿਆ ਜਿਸ ਬਾਰੇ ਵਾਈਟ ਹਾਊਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਦੱਸਿਆ ਗਿਆ ਕਿ ਇਸ ਨਾਲ ਡੈਫਿਸਿਟ ਘੱਟ ਕੀਤਾ ਜਾਵੇਗਾ ਤੇ ਇਸ ਨਾਲ ਆਰਥਿਕਤਾ ਨੂੰ ਵੀ ਫਾਇਦਾ ਹੋਣ ਵਾਲਾ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਸਾਲ 2024 ਦਾ ਬਜਟ ਪ੍ਰਪੋਜ਼ਲ ਲਿਆਂਦਾ ਗਿਆ ਜਿਸ ਤੋਂ ਬਾਅਦ ਵਾਈਟ ਹਾਊਸ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਵਾਈਟ ਹਾਊਸ ਪ੍ਰੈਸ ਸੈਕਟਰੀ ਵੱਲੋਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਤਹਿਤ ਦੱਸਿਆ ਗਿਆ ਕਿ ਇਸ ਪ੍ਰਪੋਜ਼ਲ ਨਾਲ ਡੈਫਿਸਿਟ ਨੂੰ $3 ਮਿਲੀਅਨ ਤੱਕ ਅਗਲੇ ਦਹਾਕੇ ਦੌਰਾਨ ਘੱਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੀ ਕੁਝ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। These kids are sitting at home having to listen to people who are supposed to protect them and their freedom saying these horrific, ugly, despicable things. So far this year, we have seen more than 450 anti-LGBTQ bills introduced at the state level. You've heard me say that before, amounting to a record number of anti-LGBTQ bills in our country's history. Guys, today is day 70. It is day 70 of 2023. The same leaders that tout freedom apparently don't extend their love for freedom if they disagree with who you are, who you love, or how you parent. It's government overreach at its worst, taking away rights from the vulnerable, all to distract from a deeply unpopular agenda that caters to the ultra-rich. As the president has made clear time and time again, you have heard him say this not just as president, but also as vice president, also as a senator throughout his career. He believes that everyone in this country should live with the safety and dignity. With the safety and dignity
There is no asterisk over the word freedom in this country. We will not hesitate to call out this behavior. If I have to do this, or we have to do this, or the president has to do this every week, we will. And I'll just say what the president has said over and over again when it comes to LGBTQ plus community, when it comes to vulnerable communities across the country that are constantly being attacked. We have their back. The president has their back, and that will continue. So now the week ahead. This evening, the president will travel to Wilmington, Delaware. On Sunday, the president will return to the White House. On Monday, the president will travel to San Diego, California, to meet with Prime Minister Anthony Albanese of Australia and Prime Minister Sunak of the United Kingdom and discuss the Australia-United Kingdom-United States partnership, also known as AUKUS. ਰਾਸ਼ਟਰਪਤੀ ਜੋ ਬਾਈਡਨ 23 ਮਾਰਚ ਨੂੰ ਕੈਨੇਡਾ ਆਉਣਗੇ, ਇਸ ਦੀ ਪੁਸ਼ਟੀ ਵਾਈਟ ਹਾਊਸ ਵੱਲੋਂ ਕੀਤੀ ਗਈ ਹੈ। ਉਹਨਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਕਈ ਮੁੱਦਿਆਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਵੇਗੀ। ਖਾਸ ਤੌਰ ਦੇ ਉੱਪਰ ਬਾਰਡਰ ਦਾ ਮੁੱਦਾ ਚਰਚਾ ਦਾ ਵਿਸ਼ਾ ਬਣ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਕੈਨੇਡਾ ਦਾ ਦੌਰਾ ਕਰਨਗੇ। 23 ਮਾਰਚ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਕੈਨੇਡਾ ਆਉਣ ਜਾ ਰਹੇ ਹਨ। ਜੀ ਹਾਂ, ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ 23 ਅਤੇ 24 ਮਾਰਚ ਨੂੰ ਕੈਨੇਡਾ ਫੇਰੀ ਤੇ ਆ ਰਹੇ ਨੇ। ਇਸ ਦੌਰਾਨ ਉਹ ਪਾਰਲੀਮੈਂਟ ਨੂੰ ਵੀ ਸੰਬੋਧਿਤ ਕਰਨਗੇ। ਰਾਸ਼ਟਰਪਤੀ ਬਣਨ ਤੋਂ ਬਾਅਦ ਬਾਈਡਨ ਦਾ ਕੈਨੇਡਾ ਵਿੱਚ ਇਹ ਪਹਿਲਾ ਦੌਰਾ ਹੋਵੇਗਾ। ਪ੍ਰਧਾਨ ਮੰਤਰੀ ਦਫ਼ਤਰ ਨੇ ਨਿਊਜ਼ ਰਿਲੀਜ਼ ਰਾਹੀਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਜਿੱਥੇ ਉਹਨਾਂ ਨੇ ਪੁਸ਼ਟੀ ਕੀਤੀ ਕਿ ਬਾਈਡਨ ਕੈਨੇਡਾ ਦੌਰੇ ਤੇ ਆ ਰਹੇ ਨੇ। ਇਸ ਰਿਲੀਜ਼ ਵਿੱਚ ਟਰੂਡੋ ਨੇ ਕਿਹਾ ਕਿ ਜਿਵੇਂ ਅਸੀਂ ਵੱਧਦੀ ਗਲੋਬਲ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਾਂ, ਅਸੀਂ ਆਪਣੇ ਮਹਾਦੀਪ ਅਤੇ ਆਪਣੀਆਂ ਸਾਂਝੀਆਂ ਖਤਰਾ ਕੀਮਤਾਂ ਦੀ ਰੱਖਿਆ ਕਰਨ, ਦੋਵੇਂ ਦੇਸ਼ਾਂ ਦੇ ਲੋਕ ਅਤੇ ਕਾਰੋਬਾਰਾਂ ਲਈ ਵਧੇਰੇ ਮੌਕੇ ਪੈਦਾ ਕਰਨ ਵਾਸਤੇ ਕੰਮ ਕਰਨਾ ਜਾਰੀ ਰੱਖਾਂਗੇ। ਉਹ ਕਹਿੰਦੇ ਨੇ ਕਿ ਮੈਂ ਕੈਨੇਡਾ ਵਿੱਚ ਰਾਸ਼ਟਰਪਤੀ ਬਾਈਡਨ ਦਾ ਸਵਾਗਤ ਕਰਨ ਲਈ ਉਤਸੁਕ ਹਾਂ। ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਵੱਲੋਂ ਵੀ ਇਸ ਬਾਰੇ ਪੁਸ਼ਟੀ ਕੀਤੀ ਗਈ ਕਿ ਕੈਨੇਡਾ ਦੌਰੇ ਦੌਰਾਨ ਜੋ ਬਾਈਡਨ ਦੀ ਪਤਨੀ ਅਤੇ ਫਰਸਟ ਲੇਡੀ ਜਿਲ ਬਾਈਡਨ ਵੀ ਉਹਨਾਂ ਦੇ ਨਾਲ ਹੋਣਗੇ। ਕੈਰਨ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਲੀਡਰ ਸਾਂਝੀ ਸੁਰੱਖਿਆ, ਕਲਾਈਮੇਟ ਚੇਂਜ, ਸਪਲਾਈ ਚੇਨਾਂ ਦੀ ਮਜ਼ਬੂਤੀ ਅਤੇ ਹੋਰ ਵੀ ਕਈ ਮੁੱਦਿਆਂ ਉੱਪਰ ਗੱਲਬਾਤ ਕਰਨਗੇ। ਦੋਹਾਂ ਹੀ ਦੇਸ਼ਾਂ ਦੇ ਸੋਰਸਿਸ ਦਾ ਕਹਿਣਾ ਹੈ ਕਿ ਟਰੂਡੋ ਤੇ ਬਾਈਡਨ ਇੱਕ ਦੂਸਰੇ ਨੂੰ ਪਸੰਦ ਕਰਦੇ ਨੇ, ਜਦਕਿ ਅਮਰੀਕਾ ਤੇ ਕੈਨੇਡਾ ਦੇ ਸੰਬੰਧਾਂ ਵਿੱਚ ਇਸ ਸਮੇਂ ਕਈ ਵੱਡੇ ਤਣਾਅ ਮੌਜੂਦ ਨੇ। ਪਰ ਪਿਛਲੇ ਰਾਸ਼ਟਰਪਤੀ ਦੇ ਪ੍ਰਸ਼ਾਸਨ ਵੇਲੇ ਦੇ ਤਣਾਅਗ੍ਰਸਤ ਸੰਬੰਧਾਂ ਦੇ ਮੁਕਾਬਲੇ ਮੌਜੂਦਾ ਹਾਲਾਤ ਫਿਰ ਵੀ ਕਾਫੀ ਸ਼ਾਂਤ ਹਨ। ਡੋਨਾਲਡ ਟਰੰਪ ਆਪਣੇ ਕਾਰਜਕਾਲ ਵਿੱਚ ਸਿਰਫ ਇੱਕ ਵਾਰੀ ਕੈਨੇਡਾ ਆਏ। ਉਹ ਕਿਊਬੈਕ ਵਿੱਚ ਹੋਏ G7 ਸੰਮੇਲਨ ਵਿੱਚ ਸ਼ਾਮਿਲ ਹੋਏ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਟਰੂਡੋ ਖਿਲਾਫ ਨਿੱਜੀ ਅਪਮਾਨਜਨਕ ਟਿੱਪਣੀਆਂ ਕੀਤੀਆਂ। ਟਰੂਡੋ ਸਰਕਾਰ ਨੇ ਬਾਈਡਨ ਪ੍ਰਸ਼ਾਸਨ ਨੂੰ ਕੈਨੇਡਾ ਦੌਰੇ ਵਾਸਤੇ ਜ਼ੋਰ ਪਾਇਆ ਸੀ ਤਾਂ ਕਿ ਦੋਵੇਂ ਦੇਸ਼ਾਂ ਦੀ ਆਪਸੀ ਸਾਂਝ ਦਾ ਮੁਜ਼ਾਹਰਾ ਕੀਤਾ ਜਾ ਸਕੇ। ਜਨਵਰੀ ਵਿੱਚ ਮੈਕਸੀਕੋ ਅੰਦਰ ਆਯੋਜਿਤ ਉੱਤਰੀ ਅਮਰੀਕੀ ਦੇਸ਼ਾਂ ਦੇ ਸੰਮੇਲਨ ਦੌਰਾਨ ਵਾਈਟ ਹਾਊਸ ਕੈਨੇਡੀਅਨ ਦੌਰੇ ਲਈ ਸਹਿਮਤ ਹੋਇਆ ਸੀ। ਦੱਸ ਦਈਏ ਕਿ ਹੁਣ ਤਮਾਮ ਮੁੱਦਿਆਂ ਤੋਂ ਇਲਾਵਾ ਕੈਨੇਡਾ ਅਮਰੀਕਾ ਬਾਰਡਰ ਦੇ ਉੱਪਰ ਵੀ ਚਰਚਾ ਹੋਵੇਗੀ। ਕੈਨੇਡਾ ਸੇਫ ਥਰਡ ਕੰਟਰੀ ਐਗਰੀਮੈਂਟ ਵਿੱਚ ਤਬਦੀਲੀਆਂ ਲਿਆਉਣ ਵਾਸਤੇ ਜ਼ੋਰ ਪਾ ਰਿਹਾ ਹੈ, ਪਰ ਅਮਰੀਕਾ ਅਜਿਹਾ ਕਰਨ ਲਈ ਅਜੇ ਗੱਲ ਨਹੀਂ ਕਰ ਰਿਹਾ। ਅਮਰੀਕੀ ਵੀਜ਼ੇ ਵਿੱਚ ਤੇਜ਼ੀ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬਹੁਤ ਸਾਰੀਆਂ ਫਾਈਲਾਂ ਅਜਿਹੀਆਂ ਪਈਆਂ ਨੇ ਜਿਨ੍ਹਾਂ ਉੱਪਰ ਫੈਸਲਾ ਨਹੀਂ ਆ ਸਕਿਆ। ਹੁਣ ਅਜਿਹਾ ਇੱਕ ਬਿੱਲ ਪੇਸ਼ ਕੀਤਾ ਗਿਆ ਜਿਸ ਤਹਿਤ ਪ੍ਰੋਸੈਸਿੰਗ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਅਮਰੀਕਾ ਤੋਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ, ਜਿੱਥੇ ਹੁਣ ਬੈਕਲੌਗ ਨੂੰ ਘੱਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਮੀਗ੍ਰੇਸ਼ਨ ਵਿਭਾਗ ਕੋਲ ਮੌਜੂਦਾ ਸਮੇਂ ਕਈ ਅਜਿਹੀਆਂ ਫਾਈਲਾਂ ਪਈਆਂ ਨੇ ਜਿਨ੍ਹਾਂ ਉੱਪਰ ਫੈਸਲਾ ਨਹੀਂ ਸੁਣਾਇਆ ਗਿਆ ਤੇ ਹੁਣ ਅਜਿਹਾ ਬਿੱਲ ਲਿਆਂਦਾ ਗਿਆ ਜਿਸ ਨਾਲ ਵੀਜ਼ਾ ਬੈਕਲੌਗ ਘੱਟ ਕੀਤਾ ਜਾਵੇਗਾ। ਜੀ ਹਾਂ, ਇਹ ਕਦਮ ਡੈਮੋਕ੍ਰੇਟ ਇੰਡੀਅਨ ਅਮਰੀਕਨ ਕਾਂਗਰਸਮੈਨ ਰਾਜਾ ਕ੍ਰਿਸ਼ਨਮੂਰਥੀ ਅਤੇ ਰਿਪਬਲਿਕਨ ਵੱਲੋਂ ਲਿਆਂਦਾ ਗਿਆ। ਇਸ ਰਾਹੀਂ ਬੈਕਲੌਗ ਨੂੰ ਘੱਟ ਕੀਤਾ ਜਾਵੇਗਾ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਵੀਜ਼ਾ ਮਿਲ ਸਕੇ। ਇਸ ਬਾਰੇ ਗੱਲ ਕਰਦਿਆਂ ਕ੍ਰਿਸ਼ਨਮੂਰਥੀ ਨੇ ਕਿਹਾ ਕਿ ਉਹਨਾਂ ਵੱਲੋਂ ਡਿਸਕ੍ਰਿਮੀਨੇਸ਼ਨ ਨੂੰ ਖਤਮ ਕਰਨ ਦੇ ਲਈ ਕਦਮ ਚੁੱਕਿਆ ਜਾ ਰਿਹਾ ਹੈ, ਜੋ ਕਿ ਹਾਈ ਸਕਿਲਡ ਇਮੀਗ੍ਰੇਸ਼ਨ ਨਾਲ ਜੁੜੀ ਹੋਈ ਹੈ। ਉਹ ਚਾਹੁੰਦੇ ਨੇ ਕਿ ਸਕਿਲਡ ਵਰਕਰਸ ਨੂੰ ਬਰਾਬਰਤਾ ਦੇ ਨਾਲ ਵੀਜ਼ੇ ਜਾਰੀ ਕੀਤੇ ਜਾਣ ਤਾਂ ਕਿ ਅਮਰੀਕਾ ਦੀ ਆਰਥਿਕਤਾ ਦੇ ਵਿੱਚ ਸੁਧਾਰ ਆ ਸਕੇ। ਮੌਜੂਦਾ ਸਮੇਂ ਫੈਡਰਲ ਇਮੀਗ੍ਰੇਸ਼ਨ ਲਾਅ ਦੇ ਮੁਤਾਬਕ ਕੁਝ ਵੀਜ਼ਾ ਹੀ ਸਕਿਲਡ ਵਰਕਰਸ ਨੂੰ ਦਿੱਤੇ ਜਾਂਦੇ ਨੇ ਤੇ ਉਸ ਵਿੱਚ ਵੀ ਕਈ ਵਾਰ ਦੇਰੀ ਦੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਬਾਕੀ ਕੈਟਾਗਰੀਜ਼ ਦੇ ਵਿੱਚ ਵੀ ਇਹੀ ਦੇਖਣ ਨੂੰ ਮਿਲ ਰਿਹਾ ਹੈ ਕਿ ਕਈ ਫਾਈਲਾਂ ਅਜਿਹੀਆਂ ਨੇ ਜਿਨ੍ਹਾਂ ਉੱਪਰ ਫੈਸਲਾ ਲੰਬੇ ਸਮੇਂ ਤੋਂ ਨਹੀਂ ਆ ਰਿਹਾ।
ਲਗਾਤਾਰ ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਹੀ ਗੱਲ ਕਹੀ ਜਾ ਰਹੀ ਹੈ ਕਿ ਉਹਨਾਂ ਵੱਲੋਂ ਪ੍ਰੋਸੈਸਿੰਗ ਵਿੱਚ ਤੇਜ਼ੀ ਲਿਆਉਣ ਲਈ ਕਦਮ ਚੁੱਕਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਵਿੱਚ ਅਸਾਈਲਮ ਸੀਕਰਸ ਦੇ ਸਵਾਗਤ ਦੀ ਤਿਆਰੀ, ਇਮੀਗ੍ਰੇਸ਼ਨ ਮੰਤਰੀ ਨੇ ਕੀਤਾ ਵੱਡਾ ਐਲਾਨ। ਕੈਨੇਡਾ ਵਾਲਿਆਂ ਤੋਂ ਪੈਸੇ ਲੈਣ ਵਾਲੇ ਡਾਕਟਰਾਂ ਦੀ ਨਹੀਂ ਖੈਰ, ਸਿਹਤ ਮੰਤਰੀ ਨੇ ਦਿੱਤੀ ਚੇਤਾਵਨੀ। ਟਰੂਡੋ ਨੂੰ ਮਿਲ ਰਹੀਆਂ 에ਅਰਪੋਰਟ ਬਾਰੇ ਸ਼ਿਕਾਇਤਾਂ, ਵਿਰੋਧੀ ਧਿਰ ਦੇ ਆਗੂ ਨੇ ਕੀਤੀ ਸਰਕਾਰ, ਵਿਅਕਤੀ ਤੇ ਚਾਕੂ ਨਾਲ ਹਮਲਾ, ਪੁਲਿਸ ਕਰ ਰਹੀ ਹੈ ਜਾਂਚ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।